ਹੈਲਥ ਪਲਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਊਸ਼ਾ ਬੰਸਲ ਨਰਸਿੰਗ ਹੋਮ ਜੋ ਕਿ ਕੋਟਕਪੂਰਾ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਹੈ। ਊਸ਼ਾ ਬੰਸਲ ਨਰਸਿੰਗ ਹੋਮ ਮਰੀਜ਼ਾਂ ਲਈ ਇੱਕ ਵਰਦਾਨ ਹੈ। ਡਾਕਟਰ ਊਸ਼ਾ ਬੰਸਲ ਜੀ ਨੇ ਬਹੁਤ ਹੀ ਲੰਬਾ ਸਮਾਂ ਇਸ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਹਸਬੈਂਡ ਡਾਕਟਰ ਤਰਸੇਮ ਬੰਸਲ ਤੇ ਉਹਨਾਂ ਦੀ ਅਗਲੀ ਪੀੜ੍ਹੀ ਡਾਕਟਰ ਮੁਕੇਸ਼ ਬੰਸਲ ਤੇ ਡਾਕਟਰ ਦੀਪਿਕਾ ਬੰਸਲ ਜੀ ਹੁਣ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸਾਡੀ ਟੀਮ ਨੇ ਡਾਕਟਰ ਦੀਪਿਕਾ ਬੰਸਲ ਜੀ ਨਾਲ ਗੱਲਬਾਤ ਕੀਤੀ ਜੋ ਕਿ MBBS MD ਨੇ ਅਤੇ ਇਨਫਰਟੀਲਿਟੀ ਸਪੈਸ਼ਲਿਸਟ ਨੇ। ਸਾਡੀ ਟੀਮ ਨੇ ਡਾਕਟਰ ਮੁਕੇਸ਼ ਬੰਸਲ ਜੀ ਨਾਲ ਵੀ ਗੱਲਬਾਤ ਕੀਤੀ ਜੋ ਕਿ MS ਸਰਜਰੀ ਨੇ ਅਤੇ ਲੈਪਰੋਸਕੋਪਿਕ ਸਰਜਰੀ ਦੇ ਮਾਹਿਰ ਨੇ। ਊਸ਼ਾ ਬੰਸਲ ਨਰਸਿੰਗ ਹੋਮ ਲਈ ਬਹੁਤ ਹੀ ਮਾਣ ਵਾਲੀ ਗੱਲ ਇਸ ਹਸਪੀਟਲ ਨੂੰ NABH ਐਗਰੀਗੇਟ ਹਸਪੀਟਲ ਦਾ ਦਰਜਾ ਮਿਲਿਆ ਹੈ। ਊਸ਼ਾ ਬੰਸਲ ਨਰਸਿੰਗ ਹੋਮ ਵਿਖੇ ਅਤੁਲਿਆ ਬਲੱਡ ਬੈਂਕ ਵੀ ਮੌਜੂਦ ਹੈ ਜਿਸ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਲਾਹਾ ਲੈ ਚੁੱਕੇ ਨੇ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਊਸ਼ਾ ਬੰਸਲ ਨਰਸਿੰਗ ਹੋਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਤੇ ਗੱਲਬਾਤ ਕਰਦੇ ਹਾਂ ਡਾਕਟਰ ਦੀਪਿਕਾ ਬੰਸਲ ਅਤੇ ਡਾਕਟਰ ਮੁਕੇਸ਼ ਬੰਸਲ ਜੀ ਦੇ ਨਾਲ। ਦਰਸ਼ਕੋ ਹੈਲਥ ਪਲਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਦੀਪਿਕਾ ਬੰਸਲ ਜੀ ਦੇ ਨਾਲ ਜੋ ਪਿਛਲੇ ਲੰਬੇ ਸਮੇਂ ਤੋਂ ਔਬਸਟਗਾਇਨੀ ਦੇ ਵਿੱਚ ਆਪਣੀਆਂ ਸੇਵਾਵਾਂ ਮੁਕਤਸਰ ਵਿਖੇ ਊਸ਼ਾ ਬੰਸਲ ਹਸਪੀਟਲ 'ਚ ਦੇ ਰਹੇ ਨੇ। ਊਸ਼ਾ ਬੰਸਲ ਇੱਕ ਐਸਾ ਨਾਮ ਜਿਹੜਾ ਲੋਕਾਂ ਦੇ ਜ਼ਿਹਨ 'ਚ ਅੱਜ ਵੀ ਤਾਜ਼ਾ, ਉਹ ਲੇਡੀ ਜੀ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਇਸ ਇਲਾਕੇ ਦੇ ਵਿੱਚ ਐਜ ਏ ਗੈਨਕੋਲੋਜਿਸਟ ਔਰ ਉਹਨਾਂ ਦੇ ਪੁੱਤਰ ਵਧੂ ਨੇ ਉਹੀ ਵਾਈਬ੍ਰੇਸ਼ਨਸ ਇਹਨਾਂ ਦੇ ਵਿੱਚ ਨੇ, ਉਹੀ ਬੇਟਾ ਊਸ਼ਾ ਜੀ ਦਾ ਜਿਹੜਾ ਸੇਵਾ ਕਰ ਰਿਹਾ ਹੈਗਾ ਐਜ ਏ ਸਰਜਨ ਔਰ ਇਹ ਐਜ ਏ ਗੈਨਕੋਲੋਜਿਸਟ। ਦੋਨਾਂ ਦਾ ਬਹੁਤ ਵੱਡਾ ਸੁਮੇਲ ਹੈ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਨਮਸਕਾਰ, ਗੁੱਡ ਆਫਟਰਨੂਨ एवरीवन। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਸੈਨੇਰੀਓ ਹੈ ਜਿਹਦੇ ਵਿੱਚ ਪਹਿਲਾਂ ਤਾਂ ਬੰਦਾ ਪ੍ਰੈਗਨੈਂਟ ਹੋਣਾ ਹੀ ਔਖਾ, ਅਗਰ ਹੋ ਜਾਂਦਾ ਤਾਂ ਉਹਦੇ ਬਾਅਦ ਦੇ ਵਿੱਚ ਅੱਜ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਬੱਚਾ ਇੱਕ ਹੈਗਾ। ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜੀ ਗੈਨੀ ਦੀ ਜਿਹੜੀ ਬੱਚੇ ਨੂੰ ਪਰਵਰਿਸ਼ ਦੀ ਗੱਲ ਹੈਗੀ ਆ ਅੰਦਰ ਕੁੱਖ ਦੇ ਵਿੱਚ, ਉਹ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕ ਅਵੇਅਰ ਵੀ ਹੋ ਗਏ ਆ ਔਰ ਇਹ ਵੱਧ ਵੀ ਚੁੱਕੀ ਹੈ। ਕੀ ਕਹਿਣਾ ਚਾਹੋਗੇ? ਐਸਾ ਹੈ ਅੱਜ ਕੱਲ੍ਹ ਬੰਦੇ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਬੜਾ ਹੈਕਟਿਕ ਸ਼ਡਿਊਲਸ 'ਚ ਆ ਗਈਆਂ। ਜ਼ਿਆਦਾਤਰ ਔਰਤਾਂ ਵਰਕਿੰਗ ਸ਼ਡਿਊਲ 'ਚ ਹੈ। ਉਹਨਾਂ ਨੂੰ ਆਪਣੀ ਪ੍ਰੈਗਨੈਂਸੀ ਦੇ ਦੌਰਾਨ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਆਪਾਂ ਜੇ ਵਰਕਿੰਗ ਸ਼ਡਿਊਲ 'ਚ ਫੀਮੇਲਸ ਹੈ ਉਹਨਾਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ, ਆਪਣੇ ਪੇਟ 'ਚ ਜਿਹੜਾ ਬੱਚਾ ਹੈ ਉਹਦਾ ਵੀ ਧਿਆਨ ਰੱਖਣਾ ਹੈ, ਘਰਦਿਆਂ ਨੂੰ ਵੀ ਖੁਸ਼ ਰੱਖਣਾ ਹੈ, ਜਿੱਥੇ ਵਰਕ ਕਰ ਰਿਹਾ ਉੱਥੇ ਵੀ ਧਿਆਨ ਰੱਖਣਾ ਹੈ, ਡਾਈਟ ਦਾ ਵੀ ਆਪਣੇ ਧਿਆਨ ਰੱਖਣਾ ਹੈ। ਸੋ ਸਾਰਾ ਸਿਨੈਰੋ ਇੱਕ ਫੀਮੇਲ ਨੂੰ ਬਹੁਤ ਧਿਆਨ ਨਾਲ ਕਵਰ ਕਰਨਾ ਪੈਂਦਾ ਹੈ। ਅੱਗੇ ਸਿਰਫ ਫੀਮੇਲ ਵਰਕਿੰਗ ਨਹੀਂ ਹੁੰਦੀਆਂ ਸੀ, ਘਰੇ ਹੁੰਦੀਆਂ ਸੀ, ਖਾਇਆ ਪੀਆ, ਰੈਸਟ ਕੀਤਾ ਅਤੇ ਆਪਣੇ ਬੱਚੇ ਨੂੰ 9 ਮਹੀਨੇ ਆਰਾਮ ਨਾਲ ਸਿਰੇ ਲਾਇਆ। ਬਟ ਹੁਣ ਕਿਉਂਕਿ ਫੀਮੇਲਸ ਜਿਹੜੀਆਂ ਹੈਗੀਆਂ ਉਹ ਵਰਕਿੰਗ ਸ਼ਡਿਊਲ 'ਚ ਹੈ, ਦੇ ਰੀਅਲੀ ਹੈਵ ਟੂ ਟੇਕ ਗੁੱਡ ਕੇਅਰ ਆਫ ਦੈਮਸੈਲਵਸ ਇਨ ਆਲ ਦ ਐਸਪੈਕਟਸ ਆਫ ਲਾਈਫ। ਡਾਕਟਰ ਸਾਹਿਬ ਐਜ਼ ਫਾਰ ਐਜ਼ ਦਿਸ ਹਸਪੀਟਲ ਇਜ਼ ਕੰਸਰਨ, ਜਿਹਦੇ ਵਿੱਚ ਇੱਕ ਤਾਂ ਸਰਜਨ ਕੋਈ ਵੀ ਸਿਸਟ ਆ ਕਿਸੇ ਦੇ, ਕੋਈ ਵੀ ਕਿਸੇ ਨੂੰ ਐਂਡੋਮੈਟ੍ਰਿਓਸਿਸ ਹੈ, ਕਿਸੇ ਨੂੰ ਹੋਰ ਪ੍ਰੋਬਲਮ ਹੈਗੀ ਆ, ਤਾਂ ਜਿਹੜੇ ਮਾਈਨਰ ਪ੍ਰੋਸੀਜਰਸ ਵੀ ਤੁਸੀਂ ਕਰਕੇ ਉਸ ਇਨਸਾਨ ਨੂੰ ਪਹਿਲਾਂ ਉਸ ਪ੍ਰੋਬਲਮ ਤੋਂ ਕੱਢ ਦਿੰਦੇ ਹੋ ਔਰ ਬਾਅਦ ਦੇ ਵਿੱਚ ਉਹਨੂੰ ਫਰਟਾਈਲ ਹੋਣ ਦੇ ਲਈ ਉਹਨੂੰ ਮਤਲਬ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਬੱਚੇ ਦੇ ਲਈ ਜਨਮ ਦੇ ਲਈ ਆਪਣੀ ਕੁੱਖ ਨੂੰ ਕਰਨਾ ਹੈਗਾ, ਉਹ ਸਾਰਾ ਤੁਸੀਂ ਇੱਥੇ ਉਹਨਾਂ ਨੂੰ ਗਾਈਡ ਕਰਦੇ ਹੋ ਔਰ ਸੇਵਾ ਕਰ ਰਹੇ ਹੋ। ਹਾਂ, ਅਸੀਂ ਇਨਫਰਟਿਲਿਟੀ 'ਤੇ ਬਹੁਤ ਅੱਛਾ ਕੰਮ ਕਰ ਰਹੇ ਹਾਂ ਕਿਉਂਕਿ ਜਿਹੜੇ ਆਮ ਲੋਕ ਹੈ ਉਹ ਗਰੀਬ ਲੋਕ ਹੈ, ਉਹ ਆਪਣਾ ਬਾਂਝਪਨ ਦਾ ਇਲਾਜ ਬਹੁਤ ਮਹਿੰਗਾ ਨਹੀਂ ਕਰਾ ਸਕਦੇ ਜਿਹੜਾ ਕਿ ਲੋਕ IVF ਦੀ ਗੱਲਾਂ ਕਰਦੇ ਹੈ। ਜਿਹੜਾ ਰੂਟੀਨ ਪੇਸ਼ੈਂਟ ਹੈ ਉਹ ਛੋਟੀ ਛੋਟੀ ਪ੍ਰੋਬਲਮਸ ਹੈ ਆਪਣੇ, ਜਿਵੇਂ PCOD ਹੋਇਆ ਜਿਹਦੇ ਵਿੱਚ ਅੰਡੇ ਨਹੀਂ ਬਣਦੇ, ਜਾਂ ਫਿਰ ਐਂਡੋਮੈਟ੍ਰੋਸਿਸ ਹੋਇਆ ਜਿਹਦੇ ਵਿੱਚ ਸਾਰੇ ਕਈ ਵਾਰ ਟਿਊਬਸ ਵੀ ਆਪਣੀਆਂ ਬੰਦ ਹੋ ਜਾਂਦੀਆਂ ਜਦੋਂ ਤੱਕ ਉਹ ਸਟੇਜ 4 'ਤੇ ਪੇਸ਼ੈਂਟ ਚਲਾ ਜਾਂਦਾ ਹੈ। ਹੋਰ ਵੀ ਕੋਈ ਓਵੇਰੀਅਨ ਸਿਸਟ ਹੋਰ ਤਰ੍ਹਾਂ ਦੀ ਵੀ ਹੈ, ਉਹ ਵੀ ਕਾਰਨ ਬਣ ਜਾਂਦੀ। ਇਹ ਜਿਹੜੀ ਛੋਟੇ ਛੋਟੇ ਕਾਰਨ ਹੈ ਜਿਹਦੇ ਕਾਰਨ ਬੱਚਾ ਨਹੀਂ ਹੋ ਪਾਉਂਦਾ, ਜਾਂ ਫਿਰ ਟਿਊਬਲਸ ਜਿਵੇਂ ਬੰਦ ਪਈਆਂ, ਆਪਣੀਆਂ ਟਿਊਬਸ ਹੀ ਬੰਦ ਪਈਆਂ। ਬਟ ਇਹ ਛੋਟੀ ਛੋਟੀ ਬਿਮਾਰੀਆਂ ਨੂੰ ਜੇ ਆਪਾਂ ਸਿੱਧਾ IVF ਦਾ ਪੇਸ਼ੈਂਟ ਨੂੰ ਨਾ ਪਾਉਂਦੇ ਹੋਏ ਛੋਟੀ ਛੋਟੀ ਬਿਮਾਰੀਆਂ ਨੂੰ ਆਪਾਂ ਡਾਕਟਰ ਹੋਣ ਦੇ ਨਾਤੇ ਉਹਨਾਂ ਦਾ ਕੇਅਰ ਕਰੀ ਚਲੀਏ ਤਾਂ ਆਈ ਥਿੰਕ ਰਿਜ਼ਲਟ ਬਹੁਤ ਅੱਛਾ ਹੈ ਇਹਨਾਂ ਦਾ ਔਰ ਪੇਸ਼ੈਂਟ ਵੀ ਬਹੁਤ ਦੁਆ ਦੇ ਕੇ ਜਾਂਦਾ ਹੈ ਸਾਰਿਆਂ ਨੂੰ। ਤੁਸੀਂ ਕੀ ਕਹਿਣਾ ਚਾਹੋਗੇ ਕਿ ਹਰ ਇੱਕ ਇਨਫਰਟਿਲਿਟੀ ਦਾ ਜਿਹੜਾ ਰਿਜ਼ੋਰਟ ਆ ਉਹ IVF ਨਹੀਂ ਹੈ? ਲੋਕਾਂ ਦੇ ਮਨ 'ਚ ਇਹ ਗਲਤ ਧਾਰਨਾ ਕਿ ਇਨਫਰਟਿਲਿਟੀ ਜਿਹੜੀ ਹੈਗੀ ਆ ਉਹ ਕੇਵਲ IVF ਆ। ਜਿਸ ਤਰੀਕੇ ਨਾਲ ਤੁਸੀਂ ਅੱਜ ਸੈਂਕੜਿਆਂ ਦੀ ਗਿਣਤੀ 'ਚ ਮਰੀਜ਼ਾਂ ਨੂੰ ਆਪਣੀ ਕਾਉਂਸਲਿੰਗ ਦੇ ਨਾਲ, ਆਪਣੇ ਛੋਟੇ ਛੋਟੇ ਪ੍ਰੋਸੀਜਰਾਂ ਦੇ ਨਾਲ, ਕਈ ਵਾਰੀ ਥਾਇਰਾਇਡ ਦਾ ਪੇਸ਼ੈਂਟ ਹੁੰਦਾ ਉਹਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੁੰਦੀ, ਕਈ ਵਾਰੀ ਅਨਐਕਸਪਲੇਨਡ ਜਿਹੜੀ TB ਹੁੰਦੀ ਆ ਜਿਹੜੀ ਕਿ ਵਿੱਚ ਵੀ ਨਹੀਂ ਆਉਂਦੀ ਗੀ, ਤੁਸੀਂ ਮਤਲਬ ਉਹ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਪੁਰਾਣਾ, ਜਿਸ ਤਰੀਕੇ ਨਾਲ ਤੁਸੀਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਉਹਨੂੰ ਵੀ ਨਾਲ ਅਟੈਚ ਕਰ ਲੈਂਦੇ ਹੋ। ਦੇਖੋ, ਮੈਂ ਪਿਛਲੇ 26 ਸਾਲ ਹੋ ਗਏ ਮੈਨੂੰ ਮੁਕਤਸਰ 'ਚ ਗਾਇਨੀ ਦਾ ਕੰਮ ਸੰਭਾਲਦੇ ਹੋਏ ਐਂਡ ਬਾਈ ਗੋਡਸ ਗ੍ਰੇਸ ਅਸੀਂ ਬਾਂਝਪਨ 'ਤੇ ਇਨਫਰਟਿਲਿਟੀ 'ਤੇ ਬਹੁਤ ਕੰਮ ਕਰ ਰਹੇ ਹਾਂ। ਔਰ ਇਹ ਜਿਹੜੀ ਛੋਟੀ ਛੋਟੀ ਬਿਮਾਰੀਆਂ ਨਾ ਐਕਚੁਅਲੀ ਜੇ ਥੋੜ੍ਹੀ ਜਿਹੀ ਪੇਸ਼ੈਂਟ ਨੂੰ ਕਾਉਂਸਲ ਕੀਤੀ ਜਾਵੇ ਅਤੇ ਥੋੜ੍ਹਾ ਜਿਹਾ ਇਹਦੇ 'ਤੇ ਟਾਈਮ ਲਾਇਆ ਜਾਵੇ, ਆਈ ਥਿੰਕ
बहुत अच्छा रिजल्ट बंदा दे सकता है। इनफर्टिलिटी एक बहुत खतरनाक बीमारी नहीं है। अगे लोग जे बच्चा बांझपन है दूजा विआह करा लेंदे सी, नहीं हुण नहीं लोग इदां करदे। हुण लोग डॉक्टर कोल जाके उन्हां तो काउंसलिंग लैंदे है और ये छोटे छोटे जिहड़े कारण है, थायराइड होया, एंडोमेट्रोसिस, पीसीओडी, हेल्दी बॉडी, लाइफ स्टाइल इज़ नॉट गुड, सारा दिन फास्ट फूड खाना, ये छोटी छोटी काउंसलिंग्स करन दी लोड़ हुंदी है एंड लोगों नूं बहुत अच्छा रिजल्ट मिल जाता है इहदे नाल। डॉक्टर ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਹਸਬੈਂਡ ਵਾਈਫ ਇੱਥੇ ਹਸਪੀਟਲ 'ਚੋਂ ਕਈ ਵਾਰੀ ਜੈਂਟਸ ਲੇਡੀਜ਼ ਦੇ ਨਾਲ ਗੱਲ ਕਰਨ ਤੋਂ ਕਤਰਾਉਂਦੇ ਆ ਔਰ ਲੇਡੀਜ਼ ਜਿਹੜੀਆਂ ਜੈਂਟਸ ਨਾਲ ਗੱਲ ਕਰਨ ਤੋਂ ਕਤਰਾਉਂਦੀਆਂ ਔਰ ਤੁਹਾਡਾ ਜੋੜਾ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਔਰ ਡਾਕਟਰ ਸਾਹਿਬ ਦੋਨੇ ਮਿਲ ਕੇ ਜਿਹੜਾ ਹੈਗਾ ਉਹੋ ਜਿਹਾ ਕੇਸ ਤੁਸੀਂ ਪਹਿਲਾਂ ਤਾਂ ਇਹ ਕਹਿੰਦੇ ਹੋ ਜੇ ਇਨਫਰਟਾਈਲ ਕਪਲ ਹੀ ਆਵੇ, ਇਹ ਨਹੀਂ ਹੈ ਵੀ ਲੇਡੀਜ਼ ਆ ਗਈ ਤੇ ਉਹ ਕਿਵੇਂ ਮੈਂ ਨਾ ਤੁਸੀਂ ਹਮੇਸ਼ਾ ਦੋਨਾਂ ਨੂੰ ਸੱਦਦੇ ਹੋ, ਦੋਨਾਂ ਨੂੰ ਸੱਦ ਕੇ ਤੁਸੀਂ ਲੇਡੀਜ਼ ਦੀ ਕਾਉਂਸਲ ਕਰਦੇ ਹੋ ਔਰ ਡਾਕਟਰ ਸਾਹਿਬ ਜਿਹੜੇ ਹੈਗੇ ਜੈਂਟਸ ਦੀ ਕਰ ਦਿੰਦੇ ਉਹਨਾਂ ਦੋਨਾਂ ਦਾ ਇੱਕ ਤੁਹਾਡੇ ਨਾਲ ਐਸਾ ਰਿਲੇਸ਼ਨ ਜਿਹਾ ਬਣ ਜਾਂਦਾ ਹੈਗਾ ਕਿ ਉਹਨਾਂ ਨੂੰ ਈਜ਼ਨੈਸ ਆਉਂਦੀ ਆ। ਪਹਿਲਾਂ ਉਹ ਘਬਰਾਏ ਹੁੰਦੇ ਆ ਬੜਾ, ਤੁਸੀਂ ਉਹਨਾਂ ਨੂੰ ਪਹਿਲਾਂ ਈਜ਼ ਜ਼ੋਨ 'ਚ ਲੈ ਜਾਂਦੇ ਹੋ, ਪਹਿਲਾਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਮਤਲਬ ਇੱਕ ਵਾਰੀ ਉਹਨਾਂ ਨੂੰ ਕਾਉਂਸਲ ਕਰਕੇ ਉਹਨਾਂ ਨੂੰ ਠੰਡੇ ਕਰਕੇ ਮੀਨਸ ਉਹਨਾਂ ਦੇ ਮਨ ਨੂੰ ਮਤਲਬ ਪਹਿਲਾਂ खुशी ਦਿੰਦੇ ਹੋ। ऐसा है कि जो हमारा मेन कारण कई बार मेल इनफर्टिलिटी ही होता है। हम फीमेल को करते रहते हैं कि फीमेल नुक्स है, फीमेल नुक्स है। कई बार साडा मेल्स ਦੇ ਵਿੱਚ ਸਪਰਮਸ ਕਾਊਂਟ ਘੱਟ ਹੁੰਦਾ ਹੈ, ਕਈ ਵਾਰ ਉਹਨਾਂ ਦੇ ਐਂਟੀਸਪਰਮ ਐਂਟੀਬਾਡੀਜ਼ ਪਈਆਂ ਹੁੰਦੀਆਂ ਜਿਹਦੇ ਕਾਰਨ ਕਿ ਬੱਚਾ ਨਹੀਂ ਹੋ ਪਾਉਂਦਾ। ਜੇ ਆਪਾਂ ਸਾਡੇ ਹਸਪੀਟਲ ਦੇ ਵਿੱਚ ਡਾਕਟਰ ਮੁਕੇਸ਼ ਬਾਂਸਲ, ਹੀ ਇਜ਼ ਅ ਪਾਇਨੀਅਰ ਸਰਜਨ of this area, he is a laparoscopic surgeon also, urologist also, and ਉਹ ਜਦੋਂ ਪੇਸ਼ੈਂਟ ਦਾ ਆਪਾਂ ਸੀਮਨ ਦੀ ਰਿਪੋਰਟ ਕਰਾਉਂਦੇ ਆ ਔਰ ਕਾਰਨ ਲੱਭਦੇ ਆ एंड्रोलॉजी ਦੀ ਜਿੱਥੇ ਬਹੁਤ ਜ਼ਿਆਦਾ ਐਂਡਰੋਲੋਜਿਸਟ ਦਾ ਰੋਲ ਪਲੇ ਹੈ, ਸਰਜਨਸ ਕੈਨ ਆਲਸੋ ਪਲੇ ਅ ਰੋਲ। ਡਾਕਟਰ ਸਾਹਿਬ ਬਹੁਤ ਸੋਹਣਾ ਪੇਸ਼ੈਂਟ ਨੂੰ ਦੇਖ ਕੇ ਜੋ ਕਾਰਨ ਹੈ ਉਹ ਲੱਭ ਕੇ ਉਹਨੂੰ ਆਪਾਂ ਕਿਉਰ ਕਰ ਲੈਂਦੇ ਆ। ਕਈ ਵਾਰ ਵੈਰੀਕੋਸੀਲ ਹੀ ਪਈ ਹੁੰਦੀ ਹੈ ਜਿਹਦੇ ਕਾਰਨ ਛੋਟਾ ਜਿਹਾ ਆਪਰੇਸ਼ਨ ਕੀਤਾ ਉਹਦੇ ਨਾਲ ਕਾਊਂਟ ਵਧਣਾ ਸ਼ੁਰੂ ਹੋ ਜਾਂਦਾ ਹੈ। ਤੇ ਡਾਕਟਰ ਮੁਕੇਸ਼ ਬਾਂਸਲ ਜਿਹੜੇ ਆਪਣੇ ਏਰੀਆ ਦੇ ਸਰਜਨ ਹੈ, ਹੀ ਇਜ਼ ਡੂਇੰਗ ਗੁੱਡ ਜੌਬ। ਔਰ ਇੱਕ ਟੀਮ ਵਰਕ ਲਾਈਕ ਯੂ ਹੈਵ ਟੂ ट्रीट बोथ द पेशेंट्स, पार्टनर्स ਜਿਹੜੇ दोनों मेल ऑल्सो एंड फीमेल ऑल्सो, और मिलके जब आप रिजल्ट देने हैं इट गिव्स रियली गुड और आपको बड़ी खुशी होती है कि आपने अपने पेशेंट का रिजल्ट दे दिया और उनका फ़ायदा हो गया। डॉक्टर साहब ਤੁਸੀਂ ਜਿਸ ਟਰਸਟੀ 'ਚ ਬੈਠੇ ਹੋ ਇੱਥੇ ਤੁਹਾਡੇ ਕੋਲੇ ਸਰਸੇ ਤੋਂ ਹਨੂਮਾਨਗੜ੍ਹ ਤੋਂ ਰਾਜਸਥਾਨ ਵੀ ਤੁਸੀਂ ਕਵਰ ਕਰਦੇ ਹੋ, ਗੰਗਾਨਗਰ ਤੱਕ ਦੇ ਪੇਸ਼ੈਂਟ ਆਉਂਦੇ ਆ। ਕੀ ਸਮਝੀਏ ਵੀ ਜਦੋਂ ਕਿਸੇ ਨੂੰ ਇੱਕ ਬੰਦੇ ਨੂੰ ਫਾਇਦਾ ਹੁੰਦਾ ਉਹ ਗਾਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਦਾ ਤੇ ਚੇਨ ਬਣੀ ਹੁੰਦੀ ਆ। ਔਰ ਤੁਹਾਡੇ ਕੋਲ ਮੇਰਾ ਖਿਆਲ ਹੈ ਕਿ ਬਹੁਤ ਜਿਹੜਾ ਹੈਗਾ ਹਸਪੀਟਲ ਜਿਹੜਾ ਫੁੱਲੀ ਇਕੁਪਾਈਡ ਹੈਗਾ ਹਰ ਚੀਜ਼ ਦੇ ਨਾਲ, ਵਧੀਆ ਓਟੀਜ਼ ਹੈਗੇ ਆ, ਬਲੱਡ ਬੈਂਕ ਇਹਦੇ ਵਿੱਚ ਹੈਗਾ, ਇਹਦੇ 'ਚ ਹਰ ਤਰ੍ਹਾਂ ਦੀ ਉਹ ਚੀਜ਼ ਜਿਹੜੀ ਇੱਕ ਪੇਸ਼ੈਂਟ ਨੂੰ ਲੋੜੀਦੀ ਉਹ ਹੈਗੀ ਹੈ। हाँ जी, अपने हॉस्पिटल ਦੇ ਵਿੱਚ ਸਾਰੀ ਫੈਸਿਲਿਟੀਜ਼ ਹੈ। ਜਿਵੇਂ ਮੈਂ ਐਂਡੋਮੈਟ੍ਰੋਸਿਸ ਕਿਉਰ ਕਰਨਾ ਹੈ ਤਾਂ ਮੇਰੇ ਕੋਲ MRI ਹੈ, ਆਈ ਹੈਵ ਟੂ ਕਨਫਰਮ ਦ ਡਾਇਗਨੋਸਿਸ। CTBS ਹਸਪੀਟਲ 'ਚ ਲੱਗਿਆ ਹੋਇਆ, ਬਲੱਡ ਬੈਂਕ ਹੈ ਜਿਵੇਂ ਤੁਸੀਂ ਕਿਹਾ ਹੈ, ਸਾਰੀ ਫੈਸਿਲਿਟੀਜ਼ ਹੈ। OTs ਬਹੁਤ ਜ਼ਿਆਦਾ ਅੱਛੀ ਹੈ, ਫਰਨਿਸ਼ਡ OTs ਹੈ, ਨਿਊ OTs ਹੈ, ਮੋਡੂਲਰ OT ਵੀ ਇਸ ਹਸਪੀਟਲ 'ਚ ਹੈਗਾ। ਸੋ ਅਗਰ OT ਨੀਟ ਐਂਡ ਕਲੀਨ ਹੈ, ਆਪਾਂ ਛੋਟਾ ਜਿਹਾ ਵੀ ਕੋਈ ਪ੍ਰੋਸੀਜਰ ਕਰਨਾ ਹੈ ਪੇਸ਼ੈਂਟ ਦਾ ਜਿਹਦੇ ਲਈ ਉਹ ਡੈਫੀਨੇਟਲੀ ਰਿਜ਼ਲਟ ਆ ਜਾਣਾ ਨਾਲ ਦੇ ਨਾਲ ਪੇਸ਼ੈਂਟ ਦਾ। ਔਰ ਰਿਜ਼ਲਟ ਆ ਗਿਆ ਤਾਂ ਪੇਸ਼ੈਂਟ ਨੇ ਇੱਕ ਪੇਸ਼ੈਂਟ ਨੇ ਜਾ ਕੇ 10 ਪੇਸ਼ੈਂਟ ਨੂੰ ਹੋਰ ਭੇਜ ਦੇਣਾ ਹੈ। ਸਾਡਾ ਹਸਪੀਟਲ ਕਿਤੇ ਵੀ ਆਈ ਥਿੰਕ ਅਸੀਂ ਇਨਫਰਟਿਲਿਟੀ ਲਈ ਜਾਂ ਆਪਣੀ ਗਾਇਨੀ ਲਈ ਜਾਂ ਔਬਸ ਲਈ ਜਾਂ ਸਰਜਰੀ ਵਾਸਤੇ ਮੈਨੂੰ ਨਹੀਂ ਲੱਗਦਾ ਇੰਨੇ ਸਾਲਾਂ 'ਚ ਅਸੀਂ ਕਿਤੇ ਵੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਜਿਵੇਂ ਲੋਕ ਕਰਦੇ ਹੈ। ਅਸੀਂ ਐਡਵਰਟਾਈਜ਼ਮੈਂਟ ਤੋਂ ਬਿਨਾਂ ਹੀ ਟੱਚਵੁੱਡ ਬਾਈ ਗੋਡਸ ਗ੍ਰੇਸ ਸਾਨੂੰ ਇੱਕ ਪੇਸ਼ੈਂਟ ਹੀ ਜਾ ਕੇ 10 ਪੇਸ਼ੈਂਟ ਹੋਰ ਭੇਜ ਦਿੰਦਾ ਹੈ ਔਰ ਅਸੀਂ ਆਪਣਾ ਰਿਜ਼ਲਟ ਦੇਈ ਜਾ ਰਹੇ ਹਾਂ ਉਸ 'ਚ। ਤਾਂ IUI ਜਿਹੜਾ ਤੁਸੀਂ ਉਹ ਤਾਂ ਪ੍ਰੋਸੀਜਰ ਇੱਥੇ ਕਰ ਹੀ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ प्रोसीजर के नाल भी तुसी सैकड़े इनफर्टाइल वुमेन्स ਨੂੰ ਜਿਹੜੇ ਜ਼ਿੰਦਗੀ ਦਿੱਤੀ। ऐसा है, छोटे छोटे कारण होते हैं। कई बार सीमन की रिपोर्ट में हस्बैंड की प्रॉब्लम है, काउंट कम है, ये छोटी छोटी से जो कारण है ਇਹਨਾਂ ਦੇ ਵਿੱਚ ਕੁਝ ਵੀ ਨਹੀਂ ਕਰਨਾ। ਛੋਟਾ ਜਿਹਾ ਲੈਬ ਅੱਛੀ ਹੈ, ਫਰਨਿਸ਼ਾਂ ਤੁਹਾਡੇ ਕੋਲ ਸਭ ਕੁਝ ਲੱਗੀਆਂ ਹੋਈਆਂ, ਲੈਬਸ ਦੇ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ। ਤੁਸੀਂ ਪੇਸ਼ੈਂਟ ਦਾ ਸੀਮਨ ਵਾਸ਼ ਕਰਕੇ IUI ਪ੍ਰੋਸੀਜਰ ਕਰ ਦੇਣਾ ਹੈ। ਪੇਸ਼ੈਂਟ ਦਾ ਉਹਦੇ ਨਾਲ ਕੀ ਹੋਣਾ ਕਿ ਜਿਹਨੂੰ ਤੁਸੀਂ ਪੰਜਾਬੀ 'ਚ ਕਹਿ ਦਿੰਦੇ ਹੋ ਕਿ ਟੀਕਾ ਧਰਤਾ ਅੰਦਰ, ਕੰਮ ਕੁਝ ਵੀ ਨਹੀਂ ਛੋਟਾ ਜਿਹਾ, ਬਟ ਅਗਰ ਨੀਟ ਐਂਡ ਕਲੀਨ ਤਰੀਕੇ ਨਾਲ ਤੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਫਿਰ ਰਿਜ਼ਲਟ ਬਹੁਤ ਅੱਛਾ ਹੈ ਇਹਦਾ। ਡਾਕਟਰ ਸਾਹਿਬ ਤੁਸੀਂ ਇੱਕ ਇੰਸਟੀਟਿਊਸ਼ਨ ਹੋ, ਬੜੇ ਲੰਬੇ ਡਾਟੇ ਆ, ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਧੰਨਵਾਦ। ਕੀ ਕਹਿਣਾ ਚਾਹੋਗੇ ਕਿ PCOD ਦੀ ਜਿਹੜੀ ਸਮੱਸਿਆ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ ਔਰ ਹਰ ਤੀਸਰੀ ਲੜਕੀ ਨੂੰ ਜਿਹੜਾ ਅੱਜ ਦਾ ਯੁੱਗ ਦੇ ਵਿੱਚ ਉਹਦੇ ਬਾਰੇ ਸਾਨੂੰ ਦੱਸੋ, ਕਿਉਂਕਿ ਤੁਸੀਂ ਉਹਦੇ ਸਪੈਸ਼ਲਿਸਟ ਹੋ। ਆਮ ਤੌਰ 'ਤੇ ਤੁਸੀਂ ਡਾਈਟੀਸ਼ੀਅਨ ਦੇ ਤੌਰ 'ਤੇ ਵੀ ਕੰਮ ਕਰਦੇ ਹੋ, ਕਾਉਂਸਲਰ ਦੇ ਤੌਰ 'ਤੇ ਵੀ ਕੰਮ ਕਰਦੇ ਹੋ, ਉਹਨਾਂ ਦੀ ਬੋਡੀ ਸਟਰਕਚਰ, ਉਹਨਾਂ ਦੀ ਬੋਡੀ ਲੈਂਗੁਏਜ, ਹਰ ਚੀਜ਼ 'ਤੇ ਕੰਮ ਕਰ ਰਹੇ ਹੋ। PCOD ਅੱਜ ਕੱਲ੍ਹ ਮੇਜਰ ਕਾਜ਼ ਹੈ ਫॉर ਇਨਫਰਟਿਲਿਟੀ। ਪੇਸ਼ੈਂਟ ਜਿਹੜੇ ਆ ਉਹ ਇਹਨਾਂ ਲੇਡੀਜ਼ ਜਿਹੜੀਆਂ ਬੈਠੀਆਂ ਰਹਿੰਦੀਆਂ, ਵਰਕਿੰਗ ਸਟਾਈਲ ਉਹਨਾਂ ਦਾ ਸਿਟਿੰਗ ਹੈ ਸਾਰਾ, ਕਿਉਂਕਿ ਕਦੇ ਲੈਪਟਾਪ 'ਤੇ ਵਰਕ ਹੋ ਰਿਹਾ, ਕਦੇ ਡਿਪਾਰਟਮੈਂਟ ਇੱਦਾਂ ਦੇ ਹੈ, ਸਾਰਾ ਦਿਨ ਬੈਠੇ ਬੈਠੇ ਫਾਸਟ ਫੂਡ ਹੈਬਿਟਸ ਇੰਨੀਆਂ ਜ਼ਿਆਦਾ ਉਹਨਾਂ ਦੀਆਂ ਵੱਧ ਗਈਆਂ। ਅੱਗੇ ਫੀਮੇਲ ਜਿਹੜੀ ਸੀ ਉਹ ਫਾਸਟ ਫੂਡ ਆਈ ਥਿੰਕ ਲੈਂਦੇ ਹੀ ਨਹੀਂ ਸੀਗੇ, ਬਟ ਹੁਣ ਜਿੰਨੀਆਂ ਵੀ ਬੱਚੇ ਹੈ, ਯੰਗ ਜਨਰੇਸ਼ਨ ਆ ਰਹੀ ਹੈ, ਦੇ ਆਰ ਆਲ ਫੌਂਡ ਆਫ ਫਾਸਟ ਫੂਡਸ।
ਬੈਠੇ ਰਹਿੰਦੇ ਆ, ਉਹਦੇ ਨਾਲ ਹੁੰਦਾ ਕੀ ਹੈ, ਓਵਰੀਜ਼ ਦਾ ਸਾਰਾ ਸਿਸਟਮ ਖਰਾਬ ਹੋ ਗਿਆ, ਸਾਰੇ ਓਵਰੀਜ਼ ਦੇ ਵਿੱਚ ਐਗ ਨਹੀਂ ਬਣਦੇ ਆਪਣੇ, ਜਿਹਨੂੰ ਆਪਾਂ ਪੰਜਾਬੀ 'ਚ PCOD ਕਹਿ ਦਿੰਦੇ ਆ। ਜਿਹਨੂੰ ਤੁਸੀਂ ਆ ਕੇ ਪੇਸ਼ੈਂਟ ਆਮ ਤੌਰ 'ਤੇ ਮੈਨੂੰ ਦੱਸਦਾ ਕਿ डॉक्टर साहब जी साढ़े निकी निकी रसौलियाँ हैं, तो आई कीप ऑन टेलिंग देम कि इसको कुछ नहीं करना, अपने आप का वेट रिड्यूस करना है, पतले होना है, अपने आप ਨੂੰ ਜੇ ਡਾਈਟ ਠੀਕ ਰੱਖੋਗੇ ਤਾਂ ਤੁਹਾਡਾ PCOD ਆਪਣੇ ਆਪ ਖਤਮ ਹੋ ਜਾਏਗਾ। ਐਂਡ ਥੋੜੀ ਜਿਹੀ ਡਰੱਗਸ ਦੇ ਕੇ, ਇੰਡਕਸ਼ਨ ਡਰੱਗਸ ਦੇ ਕੇ ਆਪਾਂ ਉਹਦਾ ਬਹੁਤ ਅੱਛਾ ਰਿਜ਼ਲਟ ਦੇ ਸਕਦੇ ਹਾਂ ਪੇਸ਼ੈਂਟ ਨੂੰ। ਉਹਦੇ ਨਾਲ ਉਹਦੇ ਐਗਸ ਬਣ ਜਾਣਗੇ, ਐਗਸ ਬਣ ਗਏ, ਐਗ ਰਪਚਰ ਹੋ ਗਿਆ, ਡੈਫੀਨਿਟਲੀ ਇਨਫਰਟਿਲਿਟੀ ਇਜ਼ ਕਿਉਰਡ ਐਂਡ ਪੇਸ਼ੈਂਟ ਨੂੰ ਬੱਚਾ ਮਿਲ ਗਿਆ। ਹੋਰ ਕੀ ਆਪਾਂ ਨੂੰ ਚਾਹੀਦਾ ਹੈ। ਸਾਡਾ ਲਾਸਟ ਕੁਐਸਚਨ ਕਿ ਅੱਜ ਜਿਹੜੀਆਂ ਲੇਡੀਜ਼ ਹੈਗੀਆਂ, ਲੜਕੀਆਂ, ਉਹਨਾਂ ਦੀ ਵੀ ਮੈਰਿਜ ਏਜ ਜਿਹੜੀ ਹੈਗੀ ਆ, ਜਿੱਦਾਂ ਪਹਿਲਾਂ ਆਪਾਂ 21 ਸਾਲ ਦੇ 22 ਸਾਲ ਦੇ ਕਰ ਲੈਂਦੇ ਸੀ, 27 28 ਸਾਲ ਦੀ 26 ਸਾਲ ਦੀ ਹੋ ਗਈ। ਕੀ ਕਹਿਣਾ ਚਾਹੋਗੇ ਕਿ ਅਸੀਂ ਉਹਨੂੰ ਚੀਜ਼ ਨੂੰ ਰੋਕ ਨਹੀਂ ਸਕਦੇ ਕਿਉਂਕਿ ਅਸੀਂ ਕੈਰੀਅਰ ਕੌਨਸ਼ੀਅਸ ਹਾਂ, ਲੇਕਿਨ ਕੀ ਕਰ ਸਕਦੇ ਹਾਂ ਅਸੀਂ ਜਿਹਦੇ ਨਾਲ ਉਹਨਾਂ ਨੂੰ, ਚਾਹੇ ਉਹ 27 28 ਸਾਲ ਦੇ ਬੱਚੇ ਹੋ ਜਾਣ, ਵੀ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਫਰਟਾਈਲ ਹੋਣ ਦੇ ਵਿੱਚ ਉਹਨਾਂ ਨੂੰ, ਉਹਨਾਂ ਦੇ ਐਗਸ ਦੀ ਕੁਆਲਿਟੀ ਨਾ ਘਟੇ ਔਰ ਉਹਨਾਂ ਨੂੰ ਉਹ ਇੱਕ ਹੈਲਦੀ ਰਹਿਣ, ਕੀ ਉਹਦੇ ਲਈ ਕਰਨਾ ਚਾਹੀਦਾ? रूटीन च ਜਿਹੜੇ ਐਗ ਦੀ ਕੁਆਲਿਟੀ ਘਟਦੀ ਹੈ ਉਹ 40 ਇਅਰਸ ਪਲੱਸ ਲੇਡੀਜ਼ ਦੇ ਘਟਦੀ ਹੈ। ਤਾਂ ਜੇ ਲੇਡੀ 30 ਇਅਰਸ ਦੇ ਨੇੜੇ ਤੇੜੇ ਮੈਰਿਜ ਹੋ ਰਹੀ ਹੈ ਤਾਂ ਆਮ ਤੌਰ ਤੇ ਕੁਝ ਲੇਡੀਜ਼ ਨੂੰ ਛੱਡ ਦਿਓ, ਅਦਰਵਾਈਜ਼ ਰੂਟੀਨ ਲੇਡੀਜ਼ ਦਾ ਐਗ ਕੁਆਲਿਟੀ ਆਪਣਾ 40 ਤੱਕ ਮੇਨਟੇਨ ਰਹਿੰਦਾ ਹੈ। ਐਂਡ 40 ਦੀ ਏਜ ਤੱਕ, ਹਾਂ ਨੋ ਡਾਊਟ ਅੱਗੇ 20 ਸਾਲ ਦੀ ਲੜਕੀ ਦਾ ਵਿਆਹ ਕਰ ਦਿੰਦੇ ਸੀਗੇ ਤੇ ਬੱਚਾ ਵੀ ਜਲਦੀ ਲੈ ਲੈਂਦੇ ਸੀ। ਹੁਣ 30 ਇਅਰਸ ਤੱਕ ਲੋਕ ਵਰਕਿੰਗ ਸ਼ਡਿਊਲ 'ਚ ਹੈ ਦੇ ਉਹਨਾਂ ਦੀ ਮੈਰਿਜ ਵੀ ਲੇਟ ਕਰਦੀਆਂ ਕੁੜੀਆਂ, ਆਪਣੀਆਂ ਗਰਲਸ ਹੀ ਅੱਜ ਕੱਲ੍ਹ ਮੈਰਿਜ ਲੇਟ ਕਰਾਉਣਾ ਚਾਹੁੰਦੀਆਂ। ਦੇ ਸੇ ਕਿ ਅਸੀਂ ਪਹਿਲਾਂ ਆਪਣਾ ਫਿਊਚਰ ਬਣਾ ਲਈਏ, ਬਟ ਇਟ ਇਜ਼ ਓਕੇ। 30 ਇਅਰਸ ਇਜ਼ ਨਾਟ ਦੈਟ ਬੈਡ ਏਜ। 30 ਇਅਰਸ ਤੇ ਬੜੇ ਸੋਹਣੇ ਐਗ ਪਏ ਹੁੰਦੇ, ਬੜੇ ਸੋਹਣੀ ਬੰਦਾ ਕੰਸੀਵ ਕਰ ਸਕਦਾ ਹੈ। ਅਗਰ ਥੋੜੀ ਬਹੁਤ ਕੋਈ ਪ੍ਰੋਬਲਮ ਆती भी है तो विद लिटिल बिट ऑफ ट्रीटमेंट पेशेंट को क्योर हो सकता है, तो अपना हेल्दी बच्चा ले सकती है। जैसे हॉस्पिटल ਜਿਹਦੇ 'ਚ ਗੈਨੀ ਦਾ ਵੀ ਪੂਰਾ ਬੱਚੇ ਜੱਚੇ ਤੱਕ ਔਰ ਤੁਹਾਡੇ ਕੋਲ ਪੈਡੀਟੀਸ਼ਨ ਇੱਥੇ ਹੈਗੇ ਆ, ਮਤਲਬ ਜਦੋਂ ਬੰਦੇ ਦੇ ਕੁੱਖ ਦੇ ਵਿੱਚ ਇੱਕ ਵਾਰੀ ਬੱਚਾ ਪਲਣ ਲੱਗ ਗਿਆ ਉਹਦੇ ਤੋਂ ਲਾ ਕੇ ਵੱਡੇ ਹੋਣ ਤੱਕ, ਕਿਉਂਕਿ ਹਰ ਤਰ੍ਹਾਂ ਦੇ ਤੁਹਾਡੇ ਕੋਲ ਡਾਕਟਰਸ ਹੈਗੇ ਆ, ਮਤਲਬ ਇਹ ਹੌਸਪੀਟਲ ਇੱਕ ਕੰਪਲੀਟ ਹੌਸਪੀਟਲ ਹੈ। ਦੇਖੋ ਰੱਬ ਦੀ ਮਿਹਰ ਕਹਾਂਗੀ ਮੈਂ ਤਾਂ ਇਸ ਗੱਲ ਨੂੰ ਕਿ ਆਈ ਥਿੰਕ ਜਦੋਂ ਤੁਸੀਂ ਕਿਸੇ ਦੀ ਦਿਲੋਂ ਸੇਵਾ ਕਰ ਰਹੇ ਹੁੰਦੇ ਹੋ, ਸਿਰਫ ਤੁਸੀਂ ਇੱਕ ਪੈਸਾ ਨਹੀਂ ਕਮਾ ਰਹੇ, ਜਿਹੜੇ ਡਾਕਟਰਸ ਆਪਣੇ ਹਜੇ ਵੀ ਆਪਾਂ ਐਥਿਕਸ ਮੇਨਟੇਨ ਕਰ ਰਹੇ ਹਾਂ, ਆਈ ਥਿੰਕ ਰੱਬ ਦੀ ਮਿਹਰ ਰਹਿੰਦੀ ਹੈ। ਔਰ ਤੁਸੀਂ ਸਾਰੇ ਮਿਲ ਕੇ ਸਾਰੇ ਦਾ ਭਲਾਈ ਕਰਨਾ ਚਾਹੁੰਦੇ ਹੋ ਤਾਂ ਰੱਬ ਵੀ ਤਾਂ ਬੈਠਾ ਨਾ, ਉਹ ਵਧੀਆ ਰਿਜ਼ਲਟ ਦੇ ਰਿਹਾ ਤਾਂ ਸਾਰਾ ਕੁਝ ਆਪਣੇ ਆਪ ਹੀ ਹੋ ਰਿਹਾ ਹੈ। ਮਿਹਨਤ ਤਾਂ ਆਪਾਂ ਕਰਨੀ ਹੈ ਡੈਫੀਨੇਟਲੀ, ਆਪਾਂ ਵਰਕ ਸ਼ਡਿਊਲ, ਵਰਕ ਇਜ਼ ਵਰਸ਼ਿਪ, ਵੀ ਆਲਵੇਜ਼ ਸੇ ਲਾਈਕ ਦੈਟ, ਬਟ ਆਈ ਥਿੰਕ ਜੇ ਤੁਸੀਂ ਕਰੀ ਜਾਓਗੇ, ਰਿਜ਼ਲਟ ਦੇਈ ਜਾਓਗੇ, ਮਿਹਨਤ ਕਰੀ ਜਾਓਗੇ ਤਾਂ ਤੁਹਾਨੂੰ ਰੱਬ ਨੇ ਕੁਛ ਨਾ ਕੁਛ ਤਾਂ ਵਧੀਆ ਤੁਹਾਡਾ ਵੀ ਕਰੀ ਜਾਣਾ ਹੈ। ਥੈਂਕ ਯੂ। ਨਮਸਕਾਰ ਦਰਸ਼ਕੋ, ਹੈਲਥ ਪਲਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਮੁਕੇਸ਼ ਬੰਸਲ, ਇੱਕ ਐਸਾ ਨਾਮ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਰਜਰੀਆਂ ਕਰਕੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਔਰ ਇਹ ਐਸੇ ਡਾਕਟਰ ਨੇ ਜਿਹੜੇ ਓਪਨ ਸਰਜਰੀ ਵਾਲੇ ਵੀ ਔਰ ਲੈਪਰੋਸਕੋਪਿਕ ਦੋਨਾਂ ਦੇ ਮਾਹਰ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਡਾਕਟਰ ਸਾਹਿਬ, ਸਰਜਰੀ ਜਿਹੜੀਆਂ ਕਿ ਕਿਸੇ ਟਾਈਮ 'ਤੇ ਇੱਕ ਬਹੁਤ ਵੱਡਾ ਪੈਕੇਜ ਹੁੰਦਾ ਸੀਗਾ, ਬਹੁਤ ਵੱਡਾ ਦਿਮਾਗੀ ਬੋਝ ਹੁੰਦਾ ਸੀਗਾ ਕਿ ਸਰਜਰੀ ਕਰਾਉਣੀ ਹੈ, ਔਰ ਅੱਜ ਤੁਸੀਂ ਸਰਜਰੀ ਜਿਹੜੀ ਹੈਗੀ ਇੰਨੀ ਕੁ ਆਸਾਨ ਕਰਤੀ ਕਿ ਬੰਦਾ ਸੁਬਾਹ ਆਉਂਦਾ ਅਤੇ ਸ਼ਾਮ ਨੂੰ ਸਰਜਰੀ ਕਰਾ ਕੇ ਚਲਾ ਜਾਂਦਾ, ਨਾ ਪਤਾ ਲੱਗਦਾ ਵੀ ਕਿੱਥੇ ਕਿ ਸਰਜਰੀ ਕਰਾਈ ਹੈਗੀ ਆ। ਕੀ ਕਹਿਣਾ ਚਾਹੋਗੇ? ਦੇਖੋ, ਟੈਕਨੋਲੋਜੀ ਬਹੁਤ ਬਦਲ ਗਈ ਹੈ, ਸਾਡੀ ਟੈਕਨੀਕਸ ਬੜੀਆਂ ਬਦਲ ਗਈਆਂ। ਜਦੋਂ ਅਸੀਂ ਸਟਾਰਟ ਕਰਦੇ ਸੀ, ਜਦੋਂ ਪੜ੍ਹਦੇ ਸੀਗੇ, ਉਦੋਂ ਲੈਪਰੋਸਕੋਪੀ ਇੰਨੀ ਜ਼ਿਆਦਾ ਨਹੀਂ ਸੀ, ਬਟ ਹੁਣ ਡੇ ਬਾਈ ਡੇ ਲੈਪਰੋਸਕੋਪੀ ਬਹੁਤ ਆ ਗਈ। ਸਾਰੇ ਮੋਸਟ ਆਫ ਦਾ ਆਪਰੇਸ਼ਨਸ ਜਿਹੜੇ ਹੈਗੇ ਆ ਉਹ ਦੂਰਬੀਨ ਦੇ ਆਪਰੇਸ਼ਨ ਤਰੀਕੇ ਨਾਲ ਹੋ ਜਾਂਦੇ ਹੈਗੇ ਆ, ਜਿਸ ਕਰਕੇ ਮਰੀਜ਼ ਨੂੰ ਬਹੁਤ ਘੱਟ ਤਕਲੀਫ ਆਉਂਦੀ ਹੈ। 1 ਜਾਂ 2 ਮੋਰੀਆਂ ਜਾਂ 3 ਮੋਰੀਆਂ ਹੁੰਦੀਆਂ ਪੇਟ ਦੇ ਵਿੱਚ, ਅਤੇ ਉਹਦੇ ਨਾਲ ਹੀ ਪਿੱਤੇ ਦੇ, ਅਪੈਂਡਿਕਸ ਦੇ, ਬੱਚੇਦਾਨੀ ਦੇ ਆਪਰੇਸ਼ਨ ਹੋ ਜਾਂਦੇ ਆ। ਬੱਚੇਦਾਨੀ ਦੇ ਤਾਂ ਮੋਸਟਲੀ ਹੁਣ ਆਪਰੇਸ਼ਨ ਅਸੀਂ ਬਿਨਾਂ ਟਾਂਕੇ ਚੀਰੇ ਤੋਂ ਵੀ ਕਰਨ ਲੱਗੇ, ਜਿਹਨੂੰ NDVH ਕਹਿੰਦੇ ਆ, ਅਤੇ ਮਰੀਜ਼ ਆਉਂਦਾ ਤਾਂ ਅਗਲੇ ਦਿਨ ਛੁੱਟੀ ਹੋ ਜਾਂਦੀ ਹੈ। ਸਗੋਂ ਦੀ ਮਰੀਜ਼ ਸਾਨੂੰ ਪੁੱਛਦਾ ਕਿ ਬੱਚੇਦਾਨੀ ਕੱਢਤੀ ਡਾਕਟਰ ਸਾਹਿਬ, ਮੇਰੇ ਤਾਂ ਕੋਈ ਟਾਂਕਾ ਚੀਰਾ ਹੀ ਹੈ ਨਹੀਂ ਗਾ, ਕਿੱਥੋਂ ਦੀ ਕੱਢਤੀ ਤੁਸੀਂ ਬੱਚੇਦਾਨੀ। ਸੋ ਟੈਕਨੋਲੋਜੀ ਦਾ ਫਰਕ ਪੈ ਗਿਆ। ਇਸੇ ਤਰ੍ਹਾਂ ਹੀ ਜਿਹੜੇ ਪੱਥਰੀ ਦੇ, ਗੁਰਦੇ ਦੀ ਪੱਥਰੀ ਦੇ ਆਪਰੇਸ਼ਨ ਸੀਗੇ ਮੁਕਤਸਰ ਦੇ ਵਿੱਚ, ਅਸੀਂ ਸਭ ਤੋਂ ਪਹਿਲਾਂ ਲੇਜ਼ਰ ਲੈ ਕੇ ਆਉਂਦੀ ਹੈ, ਲੇਜ਼ਰ ਸਰਜਰੀ ਕਰ ਰਹੇ ਹੈਗੇ ਆ। ਹੋਰ ਕਿਸੇ ਕੋਲ ਵੀ ਲੇਜ਼ਰ ਸਰਜਰੀ ਹਜੇ ਦੀ ਡੇਟ 'ਚ ਨਹੀਂ ਹੈਗੀ। ਉਹਦੇ ਨਾਲ ਕੀ ਹੈ ਕਿ ਲੇਜ਼ਰ ਦੀ ਕਿਰਨਾਂ ਦੇ ਨਾਲ ਹੀ ਪੱਥਰੀ ਟੁੱਟ ਜਾਂਦੀ ਹੈਗੀ ਹੈ, ਅਤੇ ਰਿਜ਼ਲਟ ਬੜੇ ਅੱਛੇ ਨੇ। ਆਮ ਜਿਹੜੀ ਦੂਜੇ ਆਪਰੇਸ਼ਨ ਹੁੰਦੇ ਸੀ ਦੂਰਬੀਨ ਨਾਲੋਂ, ਲੇਜ਼ਰ ਦੇ ਨਾਲ ਬਿਲਕੁਲ ਵੀ ਟਾਂਕਾ ਚੀਰਾ ਨਹੀਂ ਲੱਗਦਾ ਹੈਗਾ, ਅਤੇ ਪੇਸ਼ੈਂਟ ਨੂੰ ਤਕਲੀਫ ਵੀ ਬੜੀ ਘੱਟ ਆਉਂਦੀ ਹੈਗੀ। ਦੱਸੋ, ਕੀ ਕਹਿਣਾ ਚਾਹੋਗੇ ਕਿ ਲੋਕ ਪਹਿਲਾਂ ਪੱਥਰੀਆਂ ਦਾ ਸਾਈਜ਼ ਛੋਟਾ ਹੁੰਦਾ, ਲੋਕ ਟੋਟਕੇ ਕਰਦੇ ਕਰਦੇ ਇੱਦਾਂ ਕਰ ਲਿਆ, ਆਹ ਕਰ ਲਿਆ, ਆਹ ਕਰ ਲਿਆ, ਪੱਥਰੀਆਂ ਦਾ ਸਾਈਜ਼ ਜਿਹੜਾ ਵਧਾ ਲੈਂਦੇ ਆ, ਲੰਬਾ ਸਮਾਂ ਪੱਥਰੀ ਰਹਿਣ ਦੇ ਨਾਲ ਕਈ ਵਾਰੀ ਕਿਡਨੀ ਦੇ ਉੱਤੇ ਇਫੈਕਟ ਪੈ ਜਾਂਦਾ। ਕੀ ਕਹਿਣਾ ਚਾਹੋਗੇ ਕਿ ਜਦੋਂ ਉਹਨਾਂ ਨੂੰ ਲੱਗੇ ਕਿਹੜੀ ਸਟੇਜ ਹੋਣੀ ਚਾਹੀਦੀ ਹੈ, ਕਦੋਂ ਆਪਾਂ ਮਤਲਬ ਆਪਰੇਸ਼ਨ ਦੇ ਲਈ ਕਿਹੜੀ ਸੋਚੀਏ, ਕਿਹੜੀ ਡੇਟ ਹੋਣੀ?
ਦੇਖੋ ਇਸ ਤਰ੍ਹਾਂ ਹਾਰਡ ਐਂਡ ਫਾਸਟ ਤਾਂ ਕੋਈ ਚੀਜ਼ ਨਹੀਂ ਹੈ ਕਿ ਇਸੇ ਸਾਈਜ਼ 'ਤੇ ਕਰਾਉਣੀ ਚਾਹੀਦੀ ਹੈ, ਪਰ ਜੇ ਪੇਸ਼ੈਂਟ ਨੂੰ ਤਕਲੀਫ ਹੈ ਤਾਂ ਮੋਸਟਲੀ ਆਪਾਂ ਕਹਿੰਦੇ ਜੀ ਤੇਜ਼ਾਬ ਬਣਿਆ ਜੀ, ਖਾਧਾ ਪੀਤਾ ਕੁਛ ਜ਼ਿਆਦਾ ਗਿਆ, ਮੈਂ ਅੱਜ ਵਿਆਹ 'ਤੇ ਗਿਆ ਸੀ, ਲੋਕੀ ਟੈਸਟ ਹੀ ਨਹੀਂ ਕਰਾਉਂਦੇ, ਅਲਟਰਾਸਾਊਂਡ ਹੀ ਨਹੀਂ ਕਰਾਉਂਦੇ ਹੈਗੇ। ਜੇ ਅਲਟਰਾਸਾਊਂਡ 'ਤੇ ਸਾਨੂੰ ਲੱਗਦਾ ਹੈ ਕਿ ਪੱਥਰੀ ਵੱਡੀ ਹੈ ਜਾਂ ਗੁਰਦੇ ਨੂੰ ਕੋਈ ਸੋਜ ਹੈ, ਪਿਸ਼ਾਬ ਰੋਕ ਰਿਹਾ, ਫਿਰ ਆਪਰੇਸ਼ਨ ਕਰਾਉਣਾ ਚਾਹੀਦਾ ਹੈ। ਅਤੇ ਲੋਕੀ ਆਪਰੇਸ਼ਨ ਤੋਂ ਡਰਦੇ ਸੀ, ਅੱਗੇ ਟੈਕਨੀਕ ਵੀ ਦੂਸਰੀਆਂ ਸੀਗੀਆਂ, ਚੀਰਾ ਦੇਣਾ ਪੈਂਦਾ ਸੀ ਤਾਂ ਲੋਕਾਂ ਨੂੰ ਡਰ ਵੀ ਹੁੰਦਾ ਸੀ ਵੀ ਬਾਅਦ ਸਾਨੂੰ ਪ੍ਰੋਬਲਮ ਨਾ ਆ ਜਾਏ। ਜਦੋਂ ਦੀ ਹੁਣ ਆਹ ਦੂਰਬੀਨ ਵਾਲਾ ਅਤੇ ਲੇਜ਼ਰ ਵਾਲਾ ਸਿਸਟਮ ਆਇਆ ਹੈਗਾ, ਹੁਣ ਪੇਸ਼ੈਂਟ ਦੀ ਅਸੈਪਟੈਂਸ ਬਹੁਤ ਜਲਦੀ ਵੱਧ ਗਈ ਹੈ। ਹੁਣ ਤਾਂ ਸਗੋਂ ਦੀ ਸਾਨੂੰ ਕਈ ਵਾਰੀ ਪੇਸ਼ੈਂਟ ਨੂੰ ਕਹਿਣਾ ਪੈਂਦਾ ਵੀ 2 ਦਿਨ ਵੇਟ ਕਰ ਲੱਗਦਾ ਨਹੀਂ ਜੀ, ਮੈਂ ਤਾਂ ਬਸ ਦਰਦ ਤੋਂ ਔਖਾ ਹੈ, ਮੇਰਾ ਕਰ ਦਿਓ। ਮਤਲਬ ਇੰਨੀ ਜ਼ਿਆਦਾ ਅਸੈਪਟੈਂਸ ਵੱਧ ਗਈ ਹੈ ਸਰਜਰੀ ਦੇ ਰਿਗਾਰਡਿੰਗ ਵੀ ਕਿੱਥੇ ਸਾਨੂੰ ਜ਼ੋਰ ਲਾਉਣਾ ਪੈਂਦਾ ਸੀ ਮਰੀਜ਼ ਨੂੰ, ਹੁਣ ਮਰੀਜ਼ ਸਾਨੂੰ ਕਹਿੰਦਾ ਜੀ ਮੈਂ ਔਖਾ, ਮੈਂ 1 ਦਿਨ ਵੇਟ ਨਹੀਂ ਕਰਨੀ, ਮੇਰਾ ਆਪਰੇਸ਼ਨ ਕਰ ਦਿਓ। ਦੱਸਿਆ ਕਿ ਪਿੱਤੇ ਦਾ ਜਿਹੜਾ ਪਿੱਤਾ ਉਹ ਵੀ ਮਤਲਬ ਅੱਜ ਆਪਣੇ ਉਹਦੇ ਲਈ ਵੀ ਕੋਈ ਟੈਕਨੀਕਸ ਨਵੀਆਂ, ਜਿੱਦਾਂ ਤੁਸੀਂ ਲੇਜ਼ਰ ਲੈ ਕੇ ਆਏ ਉਹਦੇ ਲਈ ਪੱਥਰ ਤੋੜਨ ਦੇ ਲਈ ਕੋਈ ਪਿੱਤੇ ਲਈ ਵੀ ਕੋਈ ਹੈ? ਨਹੀਂ, ਪਿੱਤੇ ਦੇ ਵਿੱਚ ਲੈਪਰੋਸਕੋਪੀ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ, ਬਟ ਇਹ ਹੈ ਵੀ ਹੁਣ ਰਿਜ਼ਲਟ ਉਹਨਾਂ ਦੇ ਅੱਗੇ ਨਾਲੋਂ ਜਿਹੜੀਆਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਮੋਬਾਈਲ ਬਹੁਤ ਅੱਛੇ ਹੋ ਗਏ, ਉਹਨਾਂ ਦੀ ਜਿਹੜੀ ਹੈਗੀ ਹੈ ਕੈਮਰੇ ਦੀ ਜਿਹੜੀ ਹੈਗੀ ਹੈ ਵਿਜ਼ਨ ਬਹੁਤ ਅੱਛਾ ਨਜ਼ਰ ਆਉਂਦਾ। ਇਸੇ ਤਰ੍ਹਾਂ ਹੀ ਜਿਹੜੇ ਹੁਣ ਸਾਡੇ ਕੋਲੇ ਕੈਮਰਾਜ਼ ਹੈਗੇ ਆ ਜਿਨ੍ਹਾਂ ਨਾਲ ਅਸੀਂ ਦੂਰਬੀਨ ਦੇ ਪਿੱਤੇ ਦੇ ਆਪਰੇਸ਼ਨ ਕਰਦੇ ਹਾਂ, ਉਹ ਇੰਨੇ ਵਧੀਆ ਹੈਗੇ ਨੇ ਅਤੇ ਲੇਟੈਸਟ ਹੈਗੇ ਆ ਕਿ ਉਹਦੇ 'ਚ ਕੰਪਲੀਕੇਸ਼ਨ ਆਉਂਦੀ ਹੀ ਨਹੀਂ। ਪਹਿਲਾਂ ਹਜੇ ਵੀ ਜਿਹੜੀਆਂ ਹੈਗੀਆਂ ਜਾਂ ਜਿਹੜੇ ਲੋਕ ਹਜੇ ਪੁਰਾਣੀਆਂ ਯੂਜ਼ ਕਰ ਰਹੇ ਆ ਉਹਦੇ 'ਚ ਕੰਪਲੀਕੇਸ਼ਨ ਹੋਣ ਦੇ ਚਾਂਸਸ ਰਹਿੰਦੇ ਸੀ, ਪਰ ਜਦੋਂ ਦੀ ਟੈਕਨੋਲੋਜੀ ਨਵੀਂ ਆਈ ਹੈ, ਨਵੇਂ ਕੈਮਰੇ ਆ ਗਏ ਆ, ਨਵੀਆਂ ਦੂਰਬੀਨਾਂ ਆ ਗਈਆਂ ਹੈਗੀਆਂ, ਤਾਂ ਉਹਦੇ ਨਾਲ ਕੀ ਹੋਇਆ ਕਿ ਰਿਜ਼ਲਟਸ ਬਹੁਤ ਅੱਛੇ ਹੋ ਗਏ ਆ। ਡਾਕਟਰ ਊਸ਼ਾ ਬੰਸਲ ਹਸਪੀਟਲ ਜਿਹੜਾ ਕਿ ਇੱਕ ਉਸ ਲੇਡੀਜ਼ ਨੂੰ ਸਮਰਪਿਤ ਹੈ ਜਿਹਨੇ ਸਾਰੀ ਜ਼ਿੰਦਗੀ ਇਸ ਏਰੀਆ ਦੇ ਵਿੱਚ ਲੋਕਾਂ ਦੀ ਗਾਇਨੀ ਦੇ ਨਾਲ ਸੇਵਾ ਕੀਤੀ, ਔਰ ਤੁਹਾਡੇ ਮਹਿਰੂਮ ਫਾਦਰ ਉਹ ਵੀ ਸੇਵਾ ਕਰ ਰਹੇ ਨੇ, ਉਹ ਤੁਹਾਡੇ ਨਾਲ ਹੀ ਇੱਥੇ ਅਟੈਚ ਨੇ। ਡਾਕਟਰਾਂ ਦੀ ਟੀਮ ਹੈ ਇੱਥੇ, ਔਰ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈਗੀ ਆ ਪੇਸ਼ੈਂਟਸ ਦੇ ਲਈ। ਔਰ ਅਨਸੀਜ਼ੀਆ ਜਿਹੜਾ ਹੈਗਾ ਰਾਊਂਡ ਦੀ ਕਲੌਕ ਜਿਹੜਾ ਹੈਗਾ ਬੀਇੰਗ ਸਰਜਰੀ ਹਸਪੀਟਲ ਤੁਸੀਂ ਆਪਣੇ ਨਾਲ ਅਟੈਚ ਰੱਖਿਆ, ਕੀ ਕਹਿਣਾ ਚਾਹੋਗੇ? ਦੇਖੋ ਮੇਰੇ ਪੇਰੈਂਟਸ ਦੀ ਬੜੀ ਪੁਰਾਣੇ ਟਾਈਮ 'ਚ ਇਹਨਾਂ ਨੇ ਸ਼ੁਰੂ ਕੀਤਾ, 73 ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਸਟਾਰਟ ਕੀਤਾ। ਉਦੋਂ ਡਿਲੀਵਰੀਆਂ ਮਤਲਬ ਜਿਹੜੀਆਂ ਸੀਗੀਆਂ, ਬੱਚੇ ਦਾ ਜਿਹੜਾ ਜਨਮ ਸੀ ਲੋਕਾਂ ਨੂੰ ਘਰੇ ਹੋਣ ਦਾ ਰਿਵਾਜ ਸੀਗਾ। ਹਸਪੀਟਲ ਡਿਲੀਵਰੀ ਦਾ ਕਨਸੈਪਟ ਹੀ ਬੜਾ ਘੱਟ ਸੀ ਵੀ ਅਸੀਂ ਹਸਪਤਾਲ ਜਾ ਕੇ ਬੱਚਾ ਕਰਨਾ, ਦਾਈਆਂ ਘਰੇ ਕਰਦੀਆਂ ਸੀ। ਸੋ ਉਹਨਾਂ ਨੇ ਉਦੋਂ ਵੀ ਇਸ ਵਿਜ਼ਨ ਦੇ ਨਾਲ ਸ਼ੁਰੂ ਕੀਤਾ। ਪਹਿਲਾਂ ਸਾਰਾ ਜ਼ਿਆਦਾ ਕੰਮ ਮੇਰੇ ਮਤਲਬ ਸਾਡੇ ਕੋਲ ਸਿਰਫ ਗਾਇਨੀ ਦਾ ਹੀ ਸੀਗਾ, ਬਟ ਵਿਦ ਟਾਈਮ ਜਦੋਂ ਡੈਡੀ ਨੇ ਵੀ ਸਕੈਨ ਸਭ ਤੋਂ ਪਹਿਲੀ ਮਸ਼ੀਨ ਲੈ ਕੇ ਆਂਦੀ ਤਾਂ ਅਲਟਰਾਸਾਊਂਡ ਦੀ ਮੁਕਤਸਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਂਦੀ। ਫਿਰ ਲੈਪਰੋਸਕੋਪੀ ਜਦੋਂ ਸਟਾਰਟ ਕੀਤੀ ਤਾਂ ਫਿਰ ਮੈਂ ਕਹਿ ਸਕਦਾ ਵੀ ਮੁਕਤਸਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਟਾਰਟ ਕੀਤੀ। ਇਸੇ ਤਰ੍ਹਾਂ ਹੀ CT ਸਕੈਨ ਹੋਇਆ, MRI ਵੀ ਅਸੀਂ ਜਦੋਂ ਮੁਕਤਸਰ ਲਾਈ ਤਾਂ 1.5 ਪਹਿਲੀ MRI ਮੁਕਤਸਰ ਦੇ ਵਿੱਚ ਅਸੀਂ ਲਾਈ। ਉਸ ਤੋਂ ਬਾਅਦ ਬਲੱਡ ਬੈਂਕ ਵੀ ਲਾਇਆ, ਤਾਂ ਸਭ ਤੋਂ ਪਹਿਲਾਂ ਮੁਕਤਸਰ ਦੇ ਵਿੱਚ ਇੱਕੋ ਹੀ ਬਲੱਡ ਬੈਂਕ ਆ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਹੈਗਾ। ਤਾਂ ਪੇਰੈਂਟਸ ਦੀ ਇਹ ਹੈਗੀ ਆ, ਲੇਜ਼ਰ ਵੀ ਹੁਣ ਲਾਈ ਤਾਂ ਮੁਕਤਸਰ ਦੇ ਵਿੱਚ ਇਕੱਲੀ ਲੇਜ਼ਰ ਸਾਡੇ ਕੋਲ ਹੀ ਆ, ਹੋਰ ਕਿਸੇ ਕੋਲ ਨਹੀਂ। ਮਤਲਬ ਵਿਦ ਟਾਈਮ ਹੋਰ ਬੰਦੇ ਲੈ ਆਉਂਦੇ ਆ ਜਦੋਂ ਫੋਲੋ ਕਰਦੇ, ਪਰ ਪਹਿਲਾ ਸਟੈਪ ਲੈਣਾ, ਖਰਚਾ ਕਰਨਾ, ਟੈਕਨੋਲੋਜੀ ਨੂੰ ਨਵੀਂ ਲੈ ਕੇ ਆਉਣੀ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਨਹੀਂ ਨਵੀਂ ਚੀਜ਼ ਲੈ ਕੇ ਆਓ, ਉਹਦੇ ਨਾਲ ਲੋਕਾਂ ਨੂੰ ਬੈਨੀਫਿਟ ਮਿਲੇ। ਤਾਂ ਪੇਰੈਂਟਸ ਦੀ ਇੱਕ ਵਿਜ਼ਨ ਹੈਗੀ ਆ, ਉਸ ਨੂੰ ਅਸੀਂ ਅਗਾਂਹ ਫੋਲੋ ਕਰ ਰਹੇ ਹਾਂ। ਦੱਸਾਂ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਵੀ ਆ ਰਹੀ ਹੈ, ਔਰ ਉਹ ਵੀ ਡਾਕਟਰਾਂ ਦੀ ਟੀਮ ਆ ਰਹੀ ਹੈ। ਕੀ ਕਹਿਣਾ ਚਾਹੋਗੇ ਕਿ ਇਹ 3 ਪੀੜ੍ਹੀਆਂ ਹੋਣਗੀਆਂ? ਮੇਰਾ ਖਿਆਲ ਤਾਂ ਕਿਸੇ ਵੀ ਫੈਮਿਲੀ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੋਊਗੀ ਕਿ ਪਹਿਲਾਂ ਪਾਪਾ ਮੰਮੀ ਡਾਕਟਰ, ਫਿਰ ਹਸਬੈਂਡ ਵਾਈਫ ਦੋਨੇ ਤੁਸੀਂ, ਤੁਹਾਡੀ ਜੋੜੀ ਆ ਗਈ, ਹੁਣ ਬੇਟੀ ਬੇਟਾ ਉਹ ਵੀ ਡਾਕਟਰ। ਕੀ ਕਹਿਣਾ ਚਾਹੋਗੇ ਕਿ ਇਹ ਸਾਰਾ ਜਿਹੜਾ ਹੈਗਾ ਇਹ ਪਰਮਾਤਮਾ ਦੇ ਉੱਤੇ, ਕਿਉਂਕਿ ਸੇਵਾ ਤੁਸੀਂ ਕੀਤੀ, ਸਿੰਪਲਿਸਿਟੀ ਨਾਲ ਤੁਸੀਂ ਰਹੇ ਅੱਜ ਤੱਕ ਜਿਹੜਾ ਹੈਗਾ ਪੇਸ਼ੈਂਟਸ ਦੇ ਨਾਲ, ਪੇਸ਼ੈਂਟ ਫੇਵਰਿੰਗ ਡਾਕਟਰ ਮੰਨੇ ਜਾਂਦੇ ਹੋ ਤੁਸੀਂ। ਔਰ ਜਿਸ ਤਰੀਕੇ ਦੇ ਨਾਲ ਸਾਡੀ ਦੀਪਕਾ ਭੈਣ ਜਿਹੜੇ ਕਿ ਇੱਕ ਐਸੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਵੀ ਉਹਨਾਂ ਨੂੰ ਊਸ਼ਾ ਬੰਸਲ ਦਾ ਹੀ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਕਿ ਇਹ ਉਹਦਾ ਪ੍ਰਤੀਬਿੰਬ ਹੀ ਹੈਗਾ। ਦੇਖੋ ਵਾਹਿਗੁਰੂ ਦੀ ਬੜੀ ਕਿਰਪਾ ਹੈ, ਰੱਬ ਕੋਈ ਬੰਦਾ ਸਿਆਣਾ ਨਹੀਂ ਹੁੰਦਾ, ਰੱਬ ਨੇ ਕਿਰਪਾ ਕੀਤੀ ਹੈ, ਸਾਨੂੰ ਵੱਡਾ ਵਧੀਆ ਪਲੇਟਫਾਰਮ ਮਿਲਿਆ, ਉਸ ਨੂੰ ਅਸੀਂ ਅਗਾਂਹ ਚਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਇੱਕ ਇਹੀ ਮਿਲਿਆ ਵੀ ਯਾਰ ਪੈਸੇ ਪਿੱਛੇ ਮਰੀਜ਼ ਨਾ ਮੁੜੇ। ਇਹ ਨਹੀਂ ਵੀ ਕਿਸੇ ਕੋਲੇ ਗਰੀਬ ਬੰਦਾ ਅਤੇ ਅਗਲਾ ਕਹੇ ਮੇਰੇ ਕੋਲ ਪੈਸੇ ਹੈ ਨਹੀਂ ਅਤੇ ਅਸੀਂ ਸਰਜਰੀ ਤੋਂ ਜਵਾਬ ਦੇ ਦਈਏ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਚਲੋ ਬੰਦਾ ਮਰਨ ਵਾਲਾ ਜਾਂ ਹੋਰ ਵਾਲਾ, ਕੋਸ਼ਿਸ਼ ਜ਼ਰੂਰ ਕਰੀਏ ਅਗਲੇ ਨੂੰ ਸਮਝਾ ਕੇ ਕਰੀਏ। ਜਿੱਥੋਂ ਤੱਕ ਫੈਮਿਲੀ ਦਾ, ਬੱਚਿਆਂ ਦਾ, ਰੱਬ ਜਿਹਦੇ ਨਾਲ ਹੈ ਦੇਖੋ ਉਹਦਾ ਕੋਈ ਮੁਕਾਬਲਾ ਨਹੀਂ। ਰੱਬ ਅੱਜ ਤਾਈਂ ਰੱਬ ਦੀ ਬਹੁਤ ਕਿਰਪਾ ਹੈ ਅਤੇ ਅਗਾਂਹ ਵੀ ਅਸੀਂ ਵਿਸ਼ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਰੱਬ ਸਾਡੇ 'ਤੇ ਕਿਰਪਾ ਰੱਖੋ। ਐਂਡ ਸਰ ਜੰਕ ਫੂਡ ਜਿਹੜਾ ਅੱਜ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਿਆ, ਕੀ ਕਹਿਣਾ ਚਾਹੋਗੇ ਕਿ ਪੱਥਰੀਆਂ ਦਾ ਜਿਹੜਾ ਕਾਰਨ ਜਾਂ ਅੱਜ ਫੈਟੀ ਲੀਵਰ ਦਾ ਜਿਹੜਾ ਕਾਰਨ ਹੈਗਾ ਬਹੁਤ ਵੱਡਾ ਜੰਕ ਫੂਡ, ਕਿਉਂਕਿ ਲੋਕ ਉਹ ਖਾਣਾ ਤਾਂ ਭੁੱਲ ਹੀ ਗਏ ਆ। ਲੋਕ ਅੱਜ ਕੱਲ੍ਹ ਬਰਗਰ, ਪੀਜ਼ੇ, ਔਰ ਉਹਦੇ ਨਾਲ ਨਾਲ ਪਤਾ ਨਹੀਂ ਕਿਉਂ ਉਹਨਾਂ ਨੂੰ ਇਉਂ ਲੱਗਦਾ ਕਿ ਇਹ ਪਚਣਗੇ ਵੀ ਸਾਡੇ ਕੋਕਾ ਕੋਲੇ ਦੇ ਨਾਲ ਅਤੇ ਉਹਦੇ ਨਾਲ। ਕੀ ਕਹਿਣਾ ਚਾਹੋਗੇ? ਦੇਖੋ
ਜਿਹੜੀ ਚੀਜ਼ ਦੀ ਮਾਰਕੀਟਿੰਗ ਹੋ ਰਹੀ ਹੈ ਉਹੀ ਹੈ ਵੀ ਜੋ ਲੋਕਾਂ ਨੂੰ ਜਿਹੜੀ ਚੀਜ਼ ਦਿਖਾਈ ਜਾਂਦੀ ਹੈ ਉਹੀ ਚੀਜ਼ ਵਿਕਦੀ ਹੈ। ਇਸੇ ਤਰ੍ਹਾਂ ਇਹ ਵੀ ਐਡਵਰਟਾਈਜ਼ਮੈਂਟ ਆਪਾਂ ਨੂੰ ਛੋਟੇ ਹੁੰਦੇ ਸੀ ਜਦੋਂ ਅਸੀਂ, ਉਦੋਂ ਵੀ ਬੜੀ ਪੈਪਸੀ ਦੀ, ਕੈਂਪਾ ਦੀ ਇੰਨੀ ਐਡਵਰਟਾਈਜ਼ਮੈਂਟ ਸੀ। ਇਸੇ ਤਰ੍ਹਾਂ ਹੀ ਉਹ ਚੀਜ਼ ਇੰਨੀ ਟੀਵੀ 'ਤੇ ਆ ਰਹੀ ਹੈ ਅਤੇ ਬੱਚਿਆਂ ਨੂੰ ਉਹੀ ਅਟਰੈਕਟ ਕਰਦੀ ਹੈ। ਅੱਜ ਤੁਸੀਂ ਦੇਖੋ ਵੀ ਰੋਟੀ ਦੀ ਥੋੜ੍ਹਾ ਕੋਈ ਐਡਵਰਟਾਈਜ਼ਮੈਂਟ, ਪੀਜ਼ਾ ਦੀ ਐਡਵਰਟਾਈਜ਼ਮੈਂਟ ਹੈਗੀ ਹੈ, ਬਰਗਰ ਦੀ ਐਡਵਰਟਾਈਜ਼ਮੈਂਟ ਹੈਗੀ ਹੈ, ਅਤੇ ਮੱਲੋ ਮੱਲੀ ਅਟਰੈਕਸ਼ਨ ਹੁੰਦੀ ਹੈ। ਆਪਾਂ ਨੂੰ ਵੀ ਕੋਈ 4 ਚੀਜ਼ਾਂ ਵਾਰੀ ਦੇਖਾਂਗੇ ਤਾਂ ਆਪਾਂ ਨੂੰ ਮਤਲਬ ਅਟਰੈਕਸ਼ਨ ਹੁੰਦੀ ਹੈ, ਪਰ ਹੈ ਇਹ ਚੀਜ਼ਾਂ ਸਾਰੀਆਂ ਖਰਾਬ ਹੀ। ਜਿੱਥੋਂ ਤੱਕ ਪੱਥਰੀ ਦਾ ਸਵਾਲ ਹੈ, ਇਹ ਤਾਂ ਨਹੀਂ ਕਹਿ ਸਕਦੇ ਵੀ ਪੱਥਰੀਆਂ ਪਹਿਲਾਂ ਹੈ ਨਹੀਂ ਸੀ। ਹੋ ਸਕਦਾ ਜੰਕ ਫੂਡ ਕਰਕੇ ਪੱਥਰੀਆਂ ਜ਼ਿਆਦਾ ਬਣ ਰਹੀਆਂ ਹਨ, ਪਰ ਇਹ ਵੀ ਹੋ ਸਕਦਾ ਵੀ ਹੁਣ ਅਲਟਰਾਸਾਊਂਡ ਅਤੇ ਬਾਕੀ CT ਸਕੈਨ, MRI ਹਰ ਇੱਕ ਥਾਂ 'ਤੇ ਅਵੇਲੇਬਲ ਹੈ, ਡਾਇਗਨੋਸ ਜ਼ਿਆਦਾ ਬਣਨ ਲੱਗ ਗਿਆ। ਅੱਗੇ ਪਤਾ ਹੀ ਨਹੀਂ ਲੱਗਦਾ ਸੀ ਵੀ ਮਰੀਜ਼ ਨੂੰ ਬਿਮਾਰੀ ਹੈਗੀ ਹੈ ਕਿ ਨਹੀਂ ਹੈਗੀ। ਹੁਣ ਬਿਨਾਂ ਡਾਇਗਨੋਸ ਤੋਂ ਆਪਾਂ ਕਹੀਏ ਵੀ ਕੋਈ ਪੇਸ਼ੈਂਟ ਐਕਸਪਾਇਰ ਕਰ ਜਾਂਦਾ, ਉਹ ਬੜੇ ਘੱਟ ਚਾਂਸਸ ਆ। 100 ਜਣੇ ਮਰੀਜ਼ਾਂ ਨੂੰ ਘੱਟੋ ਘੱਟ ਇਹ ਤਾਂ ਪਤਾ ਲੱਗ ਜਾਂਦਾ ਵੀ ਮੈਨੂੰ ਕਿਸ ਕਰਕੇ ਇਹ ਮੇਰੀ ਬਿਮਾਰੀ ਵਧੀ। ਕੋਈ ਨਾ ਕੋਈ ਪਹਿਲੇ ਦਿਨ ਨਾ ਕਰਾਓ, ਕੋਈ 2 ਮਹੀਨਿਆਂ ਬਾਅਦ ਕਰਾ ਲਓ, ਕੋਈ 2 ਸਾਲਾਂ ਬਾਅਦ ਕਰਾ ਲਓ, ਕੋਈ ਨਾ ਕੋਈ ਬੰਦਾ ਆ ਕੇ ਟੈਸਟ ਕਰਾ ਲੈਂਦਾ। ਸੋ ਇਹ ਤਾਂ ਕੰਪੇਅਰ ਕਰਨਾ ਵੀ ਹਾਂ ਜੀ ਪਹਿਲਾਂ ਇਹ ਬਿਮਾਰੀਆਂ ਘੱਟ ਸੀ ਅਤੇ ਹੁਣ ਵੱਧ ਸੀ, ਇਹ ਤਾਂ ਬੜਾ ਮਤਲਬ ਕੰਟਰੋਵਰਸ਼ੀਅਲ ਜਿਹਾ ਵਿਸ਼ਾ ਹੈ, ਕਿਉਂਕਿ ਉਦੋਂ ਟੈਸਟ ਹੀ ਹੈ ਨਹੀਂ ਸੀ ਅਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਦੋਂ ਕੀ ਪਰਸੈਂਟੇਜ ਸੀ ਅਤੇ ਅੱਜ ਕੀ ਪਰਸੈਂਟੇਜ ਹੈਗੀ ਹੈ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਔਰ ਅਸੀਂ ਬੜੇ ਖੁਸ਼ ਹਾਂ ਕਿ ਅੱਜ ਅਸੀਂ ਊਸ਼ਾ ਬਾਂਸਲ ਹਸਪੀਟਲ 'ਚ ਇੱਕ ਸਾਡੇ ਪਿਆਰੇ ਮੁਕੇਸ਼ ਜੀ ਦੇ ਨਾਲ, ਔਰ ਸਾਡੀ ਉਹ ਭੈਣ ਜਿਹੜੀ ਦੀਪਕਾ, ਜਿਹੜੀ ਬਹੁਤ ਵੱਡੀ ਸੇਵਾ ਇਸ ਏਰੀਆ 'ਚ ਕੀਤੀ ਆ, ਔਰ ਤੁਸੀਂ ਦੋਨੇ ਮਿਲ ਕੇ ਜਿੱਦਾਂ ਇਨਫਰਟਾਈਲ ਕਪਲਸ ਨੂੰ ਮਤਲਬ ਇੱਕ ਨਵੀਂ ਜ਼ਿੰਦਗੀ ਦੇ ਰਹੇ ਹੋ, ਕਿਉਂਕਿ ਦੋਨੇ ਹਸਬੈਂਡ ਵਾਈਫ ਕਾਉਂਸਲ ਕਰਦੇ ਹੋ। ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜੇ ਸਪਰਮਸ ਦੀ ਜਿੱਥੇ ਕਮੀ ਹੈਗੀ ਆ, ਉਹਨਾਂ ਲੋਕਾਂ ਨੂੰ ਵੀ ਘਬਰਾਉਣਾ ਨਹੀਂ ਚਾਹੀਦਾ, ਔਰ ਤਾਕਤ ਦੇ ਬਾਦਸ਼ਾਹਾਂ ਕੋਲੋਂ ਨਹੀਂ ਫਸਣਾ ਚਾਹੀਦਾ, ਔਰ ਆਪਣੇ ਆਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਪਤਾ ਨਹੀਂ ਸਾਡੀ ਜ਼ਿੰਦਗੀ ਉਹ ਚਲੀ ਗਈ ਹੈ, ਅਸੀਂ ਕਿਸੇ ਗਲਤ ਕਦਮ 'ਤੇ ਤੁਰ ਪਈਏ ਅਗਰ ਸਪਰਮਸ ਦੀ ਕੋਈ ਕਮੀ ਹੈ। ਕੀ ਕਹਿਣਾ ਚਾਹੋਗੇ ਕਿ ਅੱਜ ਹਰ ਚੀਜ਼ ਦਾ ਜਿਹੜਾ ਹੈਗਾ ਇਲਾਜ ਹੈਗਾ, ਔਰ ਤੁਸੀਂ ਐਂਡੋਲੋਜਿਸਟ ਔਰ ਜਿਸ ਤਰੀਕੇ ਦੇ ਨਾਲ ਤੁਹਾਡਾ ਇਸ ਫੀਲਡ ਦੇ ਵਿੱਚ ਮਹਾਰਤ ਹੈਗੀ ਹੈ, ਕੀ ਕਹਿਣਾ ਚਾਹੋ? ਦੇਖੋ ਉਹੀ ਬੜੇ ਸਾਇੰਸ ਬਹੁਤ ਐਡਵਾਂਸ ਹੋ ਗਈ ਹੈ ਹੁਣ। ਜੇ ਬਿਮਾਰੀਆਂ ਦਾ ਪਤਾ ਲੱਗ ਰਿਹਾ ਹੈਗਾ ਤਾਂ ਇਲਾਜ ਵੀ ਹੈਗੇ ਆ। ਅੱਗੇ ਤਾਂ ਪਹਿਲੀ ਗੱਲ ਡਾਇਗਨੋਸ ਹੀ ਨਹੀਂ ਹੁੰਦਾ ਸੀ ਵੀ ਬਿਮਾਰੀ ਕੀ ਹੈ, ਸ਼ੁਕਰਾਣੂ ਘੱਟ ਹੈ ਜਾਂ ਸ਼ੁਕਰਾਣੂ ਦੀ ਕੁਆਲਿਟੀ ਘੱਟ ਹੈ। ਹੁਣ ਇਹ ਚੀਜ਼ਾਂ ਅਸੀਂ ਜਦੋਂ ਟੈਸਟ ਕਰਦੇ ਹਾਂ, ਅਸੀਂ ਬਿਮਾਰੀ ਪਕੜ ਲੈਂਦੇ ਹਾਂ, ਫਿਰ ਉਹ ਅਕੋਰਡਿੰਗਲੀ ਇਲਾਜ ਵੀ ਹੋ ਜਾਂਦਾ। ਸੋ ਅੱਜ ਦੀ ਡੇਟ 'ਚ ਇਸ ਤਰ੍ਹਾਂ ਦਾ ਕੋਈ ਚੀਜ਼ ਨਹੀਂ, ਬਹੁਤ ਘੱਟ ਕੰਡੀਸ਼ਨ ਹੈ ਵੀ ਆਪਾਂ ਕਹੀਏ ਵੀ ਬੱਚਾ ਹੋਣਾ ਹੀ ਨਹੀਂ। 99.9% ਕੇਸਾਂ ਦੇ ਵਿੱਚ ਕਿਸੇ ਨਾ ਕਿਸੇ ਟਰੀਟਮੈਂਟ ਦੇ ਨਾਲ IVF ਲੈ ਲਈਏ ਜਾਂ ਹੋਰ ਲੈ ਲਈਏ, ਆਪਾਂ ਨੂੰ ਰਿਜ਼ਲਟ ਅੱਛੇ ਮਿਲ ਜਾਂਦੇ ਹੈਗੇ। ਔਰ ਕੀ ਕਹਿਣਾ ਚਾਹੋਗੇ ਕਿ ਤਾਕਤ ਦੇ ਬਾਦਸ਼ਾਹਾਂ ਤੋਂ ਤਾਂ ਬਚਣਾ ਚਾਹੀਦਾ? ਇਹ ਤਾਂ ਇੱਕ ਸਾਈਕੋਲੋਜੀਕਲੀ ਚੀਜ਼ ਹੈਗੀ ਆ, ਜਾਂ ਕਿਸੇ ਐਂਡਰੋਲੋਜਿਸਟ ਨੂੰ ਜਾਂ ਯੂਰੋਲੋਜਿਸਟ ਨੂੰ ਦਿਖਾਉਣਾ ਚਾਹੀਦਾ? ਦੇਖੋ ਜਿਹੜੇ ਨੀਮ ਹਕੀਮ ਵਾਲੀ ਗੱਲ ਹੈ, ਦੇਖੋ ਇਸ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਅਵੋਇਡ ਕਰਨਾ ਚਾਹੀਦਾ। ਜਿਹੜੀ ਚੀਜ਼ ਆਪਾਂ ਨੂੰ ਸਾਇੰਟੀਫਿਕ ਪ੍ਰੂਵਰ ਹੀ ਨਹੀਂ, ਆਪਾਂ ਉਹਦੇ ਮਗਰ ਕਿਉਂ ਲੱਗਦੇ ਹਾਂ? ਇੱਕ ਪਾਸੇ ਤਾਂ ਨੈੱਟ ਦਾ ਜ਼ਮਾਨਾ ਆ ਗਿਆ, ਆਪਾਂ ਕੋਈ ਵੀ ਸਾਡੇ ਕੋਲ ਪੇਸ਼ੈਂਟ ਆਉਂਦਾ 70% ਨੈੱਟ 'ਤੇ ਪਹਿਲਾਂ ਪੜ੍ਹ ਕੇ ਆਉਂਦਾ ਵੀ ਮੈਨੂੰ ਕੀ ਬਿਮਾਰੀ ਹੋ ਸਕਦੀ ਹੈ, ਅਤੇ ਉੱਧਰੋਂ ਆਪਾਂ ਨੀਮ ਹਕੀਮਾਂ ਦੇ ਮਗਰ ਲੱਗ ਜਾਂਦੇ ਹਾਂ। ਇਹ ਬਿਲਕੁਲ ਹੀ ਗਲਤ ਟਰੈਂਡ ਆ। ਤੁਸੀਂ ਜੋ ਅੱਜ ਦਾ ਮਤਲਬ ਚੀਜ਼ਾਂ ਅਵੇਲੇਬਲ ਹੈ, ਇਲਾਜ ਅਵੇਲੇਬਲ ਹੈ, ਕਿਉਂ ਨਾ ਆਪਾਂ ਉਹਨਾਂ ਦੇ ਮਗਰ ਲੱਗ ਕੇ ਕਰਾਇਆ ਜਾਵੇ। ਥੈਂਕ ਯੂ ਡਾਕਟਰ ਸਾਹਿਬ। ਖੁਸ਼ੀ ਦੀ ਗੱਲ ਹੈ ਕਿ ਇਸ ਹਸਪੀਟਲ ਨੂੰ ਇੱਕ NABH ਦਾ ਵੀ ਐਗਰੀਗੇਟਰ ਦਾ ਜਿਹੜਾ ਹੈਗਾ ਮਿਲਿਆ ਹੈਗਾ। ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਕਾਫੀ ਟਾਈਮ ਤੋਂ ਮਗਰ ਲੱਗੇ ਹੋਏ ਸੀਗੇ ਵੀ ਅਸੀਂ ਆਪਣੇ ਇਸ ਏਰੀਏ ਦੇ ਵਿੱਚ ਵੀ NABH ਹਸਪੀਟਲ ਬਣਾਈਏ। ਇਸੇ ਕਰਕੇ ਅਸੀਂ ਮਾਡਲ ਰੋਟੀ ਅਤੇ ਹੋਰ ਚੀਜ਼ਾਂ ਜਿਹੜੀਆਂ ਜ਼ਰੂਰਤ ਸੀ NABH ਵਾਸਤੇ, ਉਹ ਅਸੀਂ ਇੱਥੇ ਆਪਣੇ ਹਸਪੀਟਲ ਦੇ ਵਿੱਚ ਤਿਆਰ ਕੀਤੀਆਂ। ਹੁਣ ਸਾਡੇ ਕੋਲ 5 ਆਪਰੇਸ਼ਨ ਥੀਏਟਰ ਹੈ ਇਸ ਬਿਲਡਿੰਗ ਦੇ ਵਿੱਚ, ਜਿਹੜੇ ਕਿ ਜਿੱਥੇ ਅਸੀਂ ਸਰਜਰੀ ਕਰ ਸਕਦੇ ਹਾਂ, ਜਿਹਦੇ ਵਿੱਚ ਮਾਡਲ ਰੋਟੀ ਵੀ ਹੈ ਅਤੇ ਸਾਰੀਆਂ ਲੈਪਰੋਸਕੋਪੀ ਦੀ ਮਸ਼ੀਨਾਂ, ਅਨਸਥੀਸੀਆ ਦੇ ਵਰਕ ਸਟੇਸ਼ਨ ਜਿਹੜੇ ਆਮ ਅਨਸਥੀਸੀਆ ਦੀ ਮਸ਼ੀਨਾਂ ਨਾਲੋਂ ਚੰਗੀਆਂ ਹੁੰਦੀਆਂ ਉਹ ਹੈ, ਲੇਜ਼ਰ ਹੈ। ਇਸ ਤਰ੍ਹਾਂ ਸਾਰੇ ਐਡਵਾਂਸ ਚੀਜ਼ਾਂ ਕਰਕੇ ਤਾਂ ਕਿ ਸਾਨੂੰ NABH ਲੈਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ।